ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ। ਲੈ ਕੇ ਹਾਜ਼ਰ ਹੋਏ ਆ ਜੀ ਅੱਜ ਦੀ ਕਹਾਣੀ ਮਿੱਟੀ ਦੀ ਦੀਵੀ ਭਾਗ ਪਹਿਲਾ। ਇਸ ਨੂੰ ਲਿਖਿਆ ਹੈ ਮਮਤਾ ਰਾਜਪੂਤ ਜੀ ਨੇ। ਵਿੰਗੀਆਂ ਟੇਢੀਆਂ ਜਿਹੀਆਂ ਗਲੀਆਂ ਵਿੱਚੋਂ ਨਿਕਲਦੇ ਰਸਤੇ ਦੇ ਸਾਹਮਣੇ, ਜਿੱਥੇ ਗਲੀ ਖਤਮ ਹੋ ਜਾਂਦੀ, ਕੁਝ ਘਰ ਤੇ ਘਰਾਂ ਤੋਂ ਰੂਹ ਕੰਬਾਹੂ ਚੀਕਾਂ ਦੀ ਆਵਾਜ਼, ਜਿਵੇਂ ਕਿਸੇ ਡੰਗਰ ਦੀ ਕੋਈ ਕਸਾਈ ਖੱਲ ਦੇੜ ਰਿਹਾ ਹੋਵੇ। ਪਿੰਡ ਦੀ ਕਿਤੋਂ ਸੁੱਕੀ ਤੇ ਕਿਤੋਂ ਗਿੱਲੀ ਵੀਹੀ ਕੋਲੋਂ ਦੀ ਨਿਕਲਦੇ ਲੋਕ ਖਲੋ ਖਲੋ ਦੇਖ ਰਹੇ ਸੀ। ਅੱਜ ਫੇਰ ਬਿਸ਼ਨਾਦੀਪ ਨੂੰ ਕੁੱਟ-ਕੁੱਟ ਬੇਹਾਲ ਕਰ ਰਿਹਾ ਸੀ। ਉਸ ਦੀ ਨਿੱਕੀ ਜਿਹੀ 5 ਕੁ ਸਾਲ ਦੀ ਕੁੜੀ ਰੋ ਰੋ ਬੇਹਾਲ ਹੋਈ ਜਾ ਰਹੀ ਸੀ। ਕਈ ਵਾਰ ਦੀਪ ਦੀ ਸੱਸ ਜਾਨਕੀ ਨੇ ਤਰਲਾ ਪਾਇਆ, ਵੇ ਨਾ ਮਾਰ ਵਿਚਾਰੀ ਨੂੰ, ਕਿਤੇ ਮਰ ਮੁੱਕ ਨਾ ਜਾਵੇ। ਵੇ ਤਰਸ ਕਰ, ਤੇਰੀ ਜਨਾਨੀ ਆ, ਕਿਤੇ ਬੱਚੇ ਨੂੰ ਕੁਝ ਹੋ ਗਿਆ ਤੇ ਹਾਈਵੇ ਛੱਡ ਦੇ। ਵੇ ਮੇਰਾ ਦਿਲ ਬੈਠਾ ਜਾਂਦਾ ਪੁੱਤ, ਕਹਿੰਦੀ ਜਾਨਕੀ। ਜਦੋਂ ਬੇਵੱਸ ਹੋ ਗਈ ਤਾਂ ਉੱਥੇ ਹੀ ਜ਼ਮੀਨ ਤੇ ਸਿਰ ਫੜ ਬੈਠ ਗਈ। ਅੰਦਰੋਂ ਜੀਤ ਭੱਜੀ ਆਈ ਤੇ ਉਸਨੇ ਵੀ ਵਿੱਚ ਪੈ ਭਾਬੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਹਾਰ ਗਈ ਤਾਂ ਗਵਾਂਢ ਦੀ ਤਾਈ ਹੀਰਾ ਨੂੰ ਬੁਲਾਉਣ ਲਈ ਭੱਜੀ। ਬੜੀ ਦੇਰ ਕੁੱਟ ਖਾਧੀ, ਕਦੇ ਲੱਤਾਂ ਕਦੇ ਚਪੇੜਾਂ ਬਰਦਾਸ਼ਤ ਕਰਦੀ, ਰੋਂਦੀ ਕਰਲਾਉਂਦੀ ਦੀਪ ਡਰ ਨਾਲ ਪੀਲੀ ਹੁੰਦੀ ਜਾਂਦੀ। ਹੁਣ ਜਦੋਂ ਬੇਹੋਸ਼ ਹੋ ਗਈ ਸੀ ਤਾਂ ਹੀ ਬਿਸ਼ਨਾ ਹਟਿਆ ਸੀ। ਗੁੱਸੇ ਨਾਲ ਲਾਲ ਅੱਖਾਂ ਕੱਢ ਉਸਨੇ ਚਾਰੋਂ ਪਾਸੇ ਬਨੇਰੇ ਤੋਂ ਤੱਕਦੇ ਲੋਕਾਂ ਵੱਲ ਦੇਖਿਆ ਤੇ ਫਿਰ ਆਪਣੀ ਮਾਂ ਵੱਲ ਉਂਗਲੀ ਕਰਦੇ ਨੇ ਕਿਹਾ, ਇਸ ਵਾਰ ਜੇ ਮੁੰਡਾ ਨਾ ਹੋਇਆ ਤਾਂ ਜਾਨੋਂ ਮਾਰ ਦੇਣਾ ਮੈਂ ਇਸ ਕਮਜ਼ਾਤ ਨੂੰ। ਤੇ ਨਾਸਾਂ ਫੁਲਾਉਂਦਾ ਹੋਇਆ ਆਪਣੇ ਮੋਟਰਸਾਈਕਲ ਨੂੰ ਕਿੱਕ ਮਾਰ ਘਰੋਂ ਚਲਾ ਗਿਆ। ਜਾਨਕੀ ਨੇ ਉੱਠ ਭੱਜ ਕੇ ਦੀਪ ਨੂੰ ਦੇਖਿਆ, ਜੋ ਬੇਹੋਸ਼ ਫਰਸ਼ ਤੇ ਪਈ ਸੀ। ਇੰਨੇ ਨੂੰ ਜੀਤ ਗਵਾਂਢ ਤੋਂ ਤਾਈ ਹੀਰਾ ਨੂੰ ਲੈ ਆਈ ਸੀ। ਜੀਤ ਪਾਣੀ ਫੜ, ਘੁੱਟ ਮੂੰਹ ਵਿੱਚ ਪਾ। ਹਾਏ ਨੀ, ਰੋਂਦੀ ਹੋਈ ਜਾਨਕੀ ਨੇ ਕਿਹਾ, ਪਤਾ ਨਹੀਂ ਹੈ ਕਿ ਮੁੱਕ ਗਈ ਗਰੀਬ, ਇਸਨੇ ਬਗਾਨੀ ਧੀ ਮਾਰ ਕੇ ਆਪਣੇ ਨਾਂ ਲਵਾਉਣੀਆਂ ਕਰਮਾਂ ਦੇ ਮਾਰੇ ਨੇ। ਜੀਤ ਫਟਾਫਟ ਪਾਣੀ ਲੈ ਕੇ ਆਈ ਤੇ ਆਪਣੇ ਹੱਥਾਂ ਨਾਲ ਦੀਪ ਦਾ ਮੂੰਹ ਨੱਪ ਕੇ ਖੋਲ੍ਹਿਆ ਤੇ 2 ਘੁੱਟ ਉਸਦੇ ਮੂੰਹ ਵਿੱਚ ਪਾਇਆ। ਤਾਈ ਹੀਰਾ ਨਾਲ ਰਲ ਤਿੰਨਾਂ ਨੇ ਉਸਨੂੰ ਮੰਜੀ ਤੇ ਲੰਮੇ ਪਾਇਆ। ਜਾ ਸੋਨੇ ਨੂੰ ਫੋਨ ਕਰ ਕਹਿ ਡਾਕਟਰ ਨੂੰ ਲੈ ਕੇ ਆਵੇ। ਤਾਈ ਹੀਰਾ ਨੇ ਆਪਣੀ ਚੁੰਨੀ ਦੇ ਪੱਲੇ ਨਾਲ ਦੀਪ ਦੇ ਮੱਥੇ ਤੋਂ ਪਸੀਨਾ ਪੂੰਝਦੀ ਨੇ ਕਿਹਾ। ਥੋੜਾ ਥੋੜਾ ਦੀਪ ਹੋਸ਼ ਵਿੱਚ ਆ ਰਹੀ ਸੀ। ਜੀਤ ਹਲਦੀ ਪਾ ਕੇ ਦੁੱਧ ਲੈ ਆਈ। ਹੱਥ ਨਾਲ ਦੁੱਧ ਪਰਾਂ ਕਰਦੀ ਹੀਰਾ ਨੇ ਕਿਹਾ, ਕੁੜੇ ਹਲਦੀ ਵਾਲਾ ਦੁੱਧ ਨਹੀਂ ਦੇਣਾ ਉਸਨੂੰ, ਗਰਮ ਹੁੰਦਾ, ਉਂਝ ਹੀ ਮਿੱਠਾ ਗੂੜਾ ਕਰਕੇ ਲਿਆ। ਦੁੱਧ ਭੱਜੀ ਗਈ ਜੀਤ ਗਲਾਸ ਵਿੱਚ ਸਾਦਾ ਦੁੱਧ ਲੈ ਕੇ ਆ ਗਈ। ਰੋ ਰੋ ਹਜੇ ਵੀ ਦੀਪ ਦਾ ਬੁਰਾ ਹਾਲ ਸੀ। ਮੂੰਹ ਤੋਂ ਭਲੇ ਹੀ ਮੌਨ ਹੋ ਗਈ ਸੀ, ਪਰ ਅੱਖਾਂ ਹਜੇ ਵੀ ਜਿਵੇਂ ਚੀਖ ਚੀਖ ਰੋ ਰਹੀਆਂ ਸੀ। ਬਲੂੰਗੜੇ ਵਾਂਗ ਕੁੜੀ ਵੀ ਉਸਦੇ ਨਾਲ ਚਿੰਬੜੀ ਹੋਈ ਸੀ। ਚੱਲ ਚੁੱਪ ਕਰ ਧੀਏ, ਹੁਣ ਹੈ ਹੀ ਜ਼ਾਲਮ ਉਹ ਬੰਦਾ, ਕੀ ਕਰੀਏ। ਹੀਰਾ ਨੇ ਉਸਦੇ ਹੰਝੂ ਪੂੰਝਦੀ ਨੇ ਕਿਹਾ। ਇੰਨੇ ਨੂੰ ਡਾਕਟਰ ਆ ਗਿਆ। ਸੋਨਾ ਬਿਸ਼ਨ ਦਾ ਛੋਟਾ ਭਰਾ ਬੂਹੇ ਤੇ ਬਾਹਰ ਹੀ ਖਲੋ ਗਿਆ ਸੀ। ਡਾਕਟਰ ਨੂੰ ਵੀ ਸਾਰੀ ਕਹਾਣੀ ਪਤਾ ਸੀ। ਸੂਈ ਲਾ, ਥੋੜੀ ਦਵਾਈ ਦੇ ਕੇ ਉਹ ਚੁੱਪਚਾਪ ਤੁਰ ਗਿਆ। ਦੀਪ ਦੀ ਗੋਰੀ ਚਮੜੀ ਜਿਵੇਂ ਉਧੜ ਗਈ ਹੋਵੇ, ਹਾਲਤ ਇੰਜ ਕਰ ਦਿੱਤੀ ਦੇਖੀ ਨਾ ਜਾਵੇ। ਸਾਰੇ ਦੀਪ ਅੱਗੇ ਜਿਵੇਂ ਸ਼ਰਮਿੰਦਾ ਹੋਏ ਫਿਰਦੇ ਸੀ। ਥੋੜੀ ਦੇਰ ਬਾਅਦ ਹੀਰਾ ਤੁਰ ਬਾਹਰ ਚਲੀ ਗਈ। ਜਾਂਦੀ ਨੂੰ ਗੁਆਂਢ ਦੀ ਨਿੰਮੋ ਨੇ ਆਵਾਜ਼ ਮਾਰ ਲਈ, ਮੈਂ ਤਾਂ ਮਾੜੀ ਜਿਹੀ ਕੰਧ ਉੱਤੋਂ ਹੀ ਝਾਕੀ ਸੀ, ਡੰਗਰਾਂ ਵਾਂਗ ਕੁੱਟਦਾ ਸੀ ਦੀਪ ਨੂੰ। ਕੀ ਗੱਲ ਹੋ ਗਈ ਸੀ ਬੀਬੀ ਹੀਰਾ, ਸਵਾਦ ਲੈਣ ਮਾਰੀ ਨਿੰਮੋ ਪੁੱਛਣ ਲੱਗੀ। ਮੈਨੂੰ ਵੀ ਉਹੀ ਪਤਾ ਜੋ ਤੈਨੂੰ, ਕੁੜੀ ਦੇ ਕਰਮ ਮਾੜੇ ਆ, ਹੋਰ ਗੱਲ ਕੋਈ ਨਹੀਂ। ਆਪਣੀ ਭੈਂਗ ਮਾਰਦੀ ਅੱਖ ਬੰਦ ਕਰਦੀ ਨਿੰਮੋ ਨੇ ਕਿਹਾ, ਲੈ ਕੋਈ ਇੰਜ ਪਾਗਲ ਆ ਜਿਹੜਾ ਕੁੱਟਦਾ, ਕੋਈ ਖੋਟ ਤਾਂ ਦੱਸਦੀ ਹੋਵੇਗੀ। ਕੁੜੇ ਨਿੰਮੋ, ਦੀਪ ਬਹੁਤ ਬੀਬੀ ਧੀ ਆ, ਕਦੇ ਉੱਚੀ ਆਵਾਜ਼ ਨਹੀਂ ਸੁਣੀ ਮੈਂ।
ਉਸਨੂੰ ਹਰਖ ਨਾਲ ਹੀਰਾ ਨੇ ਕਿਹਾ। ਲੈ ਬੀਬੀ, ਮੇਰੀ ਕਿਹੜੀ ਦੁਸ਼ਮਣ ਆ ਉਹ? ਦੱਸ, ਮੈਂ ਤਾਂ ਉਂਝ ਹੀ ਕਹਿੰਦੀ ਸੀ। ਦੀ ਇੰਨਾ ਕੁੱਟਦਾ ਮਾਰਦਾ, ਫਿਰ ਪੇਕੇ ਕਿਉਂ ਨਹੀਂ ਚਲੀ ਜਾਂਦੀ? ਕਿਉਂ ਅੱਕ ਚੱਬਦੀ ਫਿਰਦੀ? ਚੰਗੀ ਭਲੀ ਸੋਹਣੀ ਸੁਲੱਖਣ ਪੜ੍ਹੀ ਲਿਖੀ ਹੈਗੀ ਤਾਂ ਹੈ। ਮੂੰਹ ਮਰੋੜਦੀ ਨੇ ਕਿਹਾ। ਕੁੜੇ ਨਿੰਮੋ, ਕਿਸ ਦਾ ਦਿਲ ਕਰਦਾ ਅੱਕ ਚੱਬਣ ਨੂੰ? ਆਪਾਂ ਨੂੰ ਕੀ ਪਤਾ ਹੈ ਅਗਲੀ ਦੀ ਕੀ ਮਜਬੂਰੀ? ਫਿਰ ਕਿਹਦਾ ਦਿਲ ਕਰਦਾ ਆਪਣਾ ਟਿਕਾਣਾ ਛੱਡਣ ਨੂੰ? ਐਨਾ ਸੁਣ ਮੂੰਹ ਕਸੈਲਾ ਕਰਦੀ ਨਿੰਮੋ ਆਪਣੇ ਘਰ ਦੇ ਅੰਦਰ ਚਲੀ ਗਈ ਤੇ ਹੀਰਾ ਆਪਣੇ ਘਰ ਨੂੰ ਤੁਰ ਪਈ। ਦੀਵੀ ਦੀ ਕੋਈ ਹਸਤੀ ਨਹੀਂ ਹੁੰਦੀ, ਮਿੱਟੀ ਨੂੰ ਆਕਾਰ ਦੇ ਦਿੱਤਾ ਜਾਂਦਾ ਹੈ। ਇੱਕ ਲੋ ਤੇ ਕਿੰਨਾ ਹਨੇਰਾ ਜੁਸਦਾ ਸੜਦਾ ਤੇਲ ਬਰਦਾਸ਼ਤ ਕਰਦਾ ਹੈ। ਮਨ ਸਾਰੀ ਰੌਸ਼ਨੀ ਦੇ ਕੇ ਆਪਣੇ ਕੋਲ ਕਾਲਖ ਰੱਖ ਲੈਂਦਾ ਹੈ, ਜਿਵੇਂ ਇਹੀ ਜੀਵਣਾ ਹੋਵੇ। ਤੀਵੀਂ ਤੇ ਦੀਵੀ ਕਿੰਨੇ ਸਮਾਨ ਜੇ ਹੋ ਜਾਂਦੇ ਨੇ। ਦੀਪ ਦੇ ਹੰਝੂ ਰੋਜ਼ ਡਿੱਗਦੇ ਤੇ ਸੁੱਕ ਜਾਂਦੇ। ਘਰ ਹੌਸਲਾ ਦੇਣ ਵਾਲੇ ਬਹੁਤ ਸੀ, ਪਰ ਬਿਸ਼ਨ ਦਾ ਵਤੀਰਾ, ਉਸ ਵੱਲੋਂ ਦਿੱਤਾ ਤਸੀਹਾ ਤੇ ਧਮਕੀ ਕਿ ਜੇਕਰ ਇਸ ਵਾਰ ਵੀ ਕੁੜੀ ਹੋਈ, ਸੋਚ ਸੋਚ ਦੀਪ ਕੰਬ ਜਾਂਦੀ। ਜਾਨਕੀ ਆ ਕੇ ਕੋਲ ਬੈਠ ਗਈ। ਦੀਪ ਨੇ ਹੰਝੂ ਪੂੰਝੇ ਤੇ ਉੱਠ ਕੇ ਬੈਠ ਗਈ। ਉਸ ਵੱਲ ਦੇਖਦੀ ਨੇ ਬੜਾ ਹਰਖ ਭਰਿਆ ਹੌਂਕਾ ਲਿੱਤਾ। ਬਹੂ, ਕਦੇ ਕਦੇ ਬੜੀ ਗੁਨੇਗਾਰ ਜਿਹੀ ਸਮਝਦੀ ਹਾਂ ਖੁਦ ਨੂੰ। ਚੰਦਰੇ ਦਾ ਸੁਭਾਅ ਪਤਾ ਸੀ ਮੈਨੂੰ। ਸੋਚਿਆ ਸੀ ਵਿਆਹਿਆ ਜਾਊ ਤੇ ਆਪੇ ਖਾਣੀ ਪੀਣੀ ਛੱਡ ਦਿਊ, ਪਰ ਇਸੇ ਵਿਗੜੇ ਨੇ ਸੁਧਰਨਾ ਤਾਂ ਕੀ ਸੀ, ਇਸ ਨੇ ਤਾਂ ਹੋਰ ਨਸ਼ੇ ਲਗਾ ਲਏ। ਮੈਥੋਂ ਤਾਂ ਦੇਖਿਆ ਨਹੀਂ ਜਾਂਦਾ ਜਿਵੇਂ ਇਹ ਤੈਨੂੰ ਰੋਲਦਾ। ਮਾਫ਼ ਕਰ ਦੇਈਂ ਬਹੂ ਮੈਨੂੰ। ਕਹਿੰਦੀ ਨੇ ਉਸਦਾ ਸਿਰ ਪਲੋਸਿਆ ਤੇ ਚੁੰਨੀ ਨਾਲ ਆਪਣੇ ਅੱਖਾਂ ਤੋਂ ਤ੍ਰਿਪਕ ਗਏ ਹੰਝੂ ਪੂੰਝ ਲਏ। ਦੀਪ ਨੇ ਉਸ ਵੱਲ ਤੱਕਦੀ ਨੇ ਕਿਹਾ, ਮੇਰੇ ਮੁਕੱਦਰ ਬੇਬੇ, ਡਾਢੇ ਮੂਹਰੇ ਕਿਸ ਦਾ ਜ਼ੋਰ ਏ? ਤੁਸੀਂ ਐਵੇਂ ਨਾ ਸੋਚਿਆ ਕਰੋ। ਜਾਨਕੀ ਦੇ ਮਨ ਦੇ ਬੋਝ ਨੂੰ ਲਾਉਣ ਵਾਸਤੇ ਦੀਪ ਨੇ ਕਹਿ ਦਿੱਤਾ। ਜਿਉਂਦੀ ਰਹਿ, ਵਸਦੀ ਰਹਿ ਬਹੂ, ਰੱਬ ਤੇਰੀ ਵੀ ਜੜ ਲਗਾਵੇ। ਕਹਿੰਦੀ ਉੱਠ, ਚੌਂਕੇ ਵਿੱਚ ਪਿਆ ਸਾਗ ਚੁੱਕ, ਦਾਤ ਫੜ। ਉਹ ਫੇਰ ਉਸਦੇ ਕੋਲ ਹੀ ਬੈਠ ਗਈ। ਨਾਲ ਦੇ ਪਿੰਡ ਕੋਈ ਸਿਆਣਾ ਕਹਿੰਦੇ ਆ, ਉਸਦੀ ਗੁਫਾ ਵਿੱਚ ਜੋ ਮੱਥਾ ਟੇਕ ਆਵੇ, ਉਸਦੀ ਸਭ ਮਨੋਕਾਮਨਾ ਪੂਰੀ ਹੁੰਦੀ। ਕੋਈ ਤਵੀਤ ਵੀ ਘੋਲ ਕੇ ਪੀਣ ਨੂੰ ਦਿੰਦਾ। ਮੈਨੂੰ ਕੋਈ ਦੱਸਦੀ ਸੀ। ਹੌਲੀ ਹੌਲੀ ਬੋਲਦੀ ਜਾਨਕੀ ਨੇ ਸਾਗ ਦੀ ਚੀਰਨੀ ਫੜ ਦਾਤ ਨਾਲ ਕੱਟਣੀ ਸ਼ੁਰੂ ਕਰ ਦਿੱਤੀ। ਬੇਬੇ, ਸਭ ਕਿਸਮਤ ਦੇ ਖੇਡ ਹੁੰਦੇ ਨੇ। ਕਿਸੇ ਦੇ ਕੀਤੇ, ਕਿਸੇ ਦੇ ਕਰਮ ਸਿੱਧੇ ਹੋ ਜਾਂਦੇ ਤਾਂ ਹੋਰ ਕੀ ਚਾਹੀਦਾ ਸੀ। ਮੱਥੇ ਤਿਉੜੀ ਵੱਟਦੀ ਜਾਨਕੀ ਨੇ ਦੀਪ ਵੱਲ ਤੱਕਦੀ ਨੇ ਕਿਹਾ, ਚਾਰ ਜਮਾਤਾਂ ਪੜ੍ਹ ਜਾਣ ਨਾਲ ਦੁਨੀਆ ਦੀਆਂ ਸੱਚਾਈਆਂ ਬਦਲ ਨਹੀਂ ਜਾਂਦੀਆਂ। ਕਦੇ ਕਦੇ ਮੈਨੂੰ ਲੱਗਦਾ ਤੂੰ ਜਿਹੜਾ ਕਹਿ ਦਿੰਨੀ ਆ ਇਹ ਸਭ ਪਖੰਡ ਹੁੰਦੇ, ਤੈਨੂੰ ਖੌਰੇ ਉਸਦੀ ਹੀ ਸਜ਼ਾ ਮਿਲੀ ਹੋਵੇ। ਕਹਿੰਦੀ ਜਾਨਕੀ ਨੇ ਸਾਗ ਦੀ ਚੀਰਨੀ ਦੀ ਰਫ਼ਤਾਰ ਤੇਜ਼ ਕਰ ਦਿੱਤੀ। ਨਹੀਂ ਨਹੀਂ ਬੇਬੇ, ਮੈਂ ਇਹ ਨਹੀਂ ਕਹਿੰਦੀ। ਉੱਠ ਕੇ ਦੂਜੇ ਪਾਸੇ ਲੱਗੇ ਨਲਕੇ ਤੋਂ ਮੂੰਹ ਹੱਥ ਧੋਂਦੀ ਹੌਲੀ ਹੌਲੀ ਤੁਰੀ ਆਉਂਦੀ ਦੀਪ ਨੇ ਕੋਲ ਬੈਠਦੀ ਨੇ ਕਿਹਾ। ਜਾਨਕੀ ਨੇ ਉਸਦੇ ਮੂੰਹ ਵੱਲ ਤੱਕਿਆ ਤੇ ਗੁੱਸੇ ਦੀਆਂ ਤਿਉੜੀਆਂ ਉਸਦਾ ਲਾਸਾਂ ਪਾਇਆ ਪਿੰਡਾ ਦੇਖ ਜਿਵੇਂ ਨਿੱਤਰ ਗਿਆ। ਚੱਲ ਕੋਈ ਨਾ ਬਹੂ, ਜਾ ਕੇ ਕੁਝ ਖਾ ਲੈ। ਜਿਹੜੇ ਹਾਲ ਵਿੱਚ ਹੁਣ ਤੂੰ ਹੈ, ਆਪਣੇ ਖਾਣੇ ਦਾਣੇ ਦਾ ਧਿਆਨ ਰੱਖਿਆ ਕਰ। ਫਿਰ ਨਜ਼ਰ ਇੱਧਰ ਉੱਧਰ ਘੁਮਾਉਂਦੀ ਨੇ ਕਿਹਾ, ਨਿਕੜੀ ਖੌਰੇ ਭੂਈ ਆਪਣੀ ਨਾਲ ਬਾਹਰ ਗਈ। ਉਸਨੂੰ ਵੀ ਆਵਾਜ਼ ਮਾਰਨੀ ਸੀ। ਕੁੜੀ ਰੋਈ ਜਾਂਦੀ ਸੀ। ਦੀਪ ਉਂਝ ਹੀ ਬੈਠ ਆਪਣੇ ਪੱਲੇ ਨਾਲ ਮੂੰਹ ਪੂੰਝ ਸਾਗ ਦੀਆਂ ਚੀਰਨੀਆਂ ਬਣਾਉਣ ਲੱਗ ਪਈ ਤੇ ਜਾਨਕੀ ਨੂੰ ਦੇਣ ਲੱਗ ਪਈ। ਕੁਝ ਦੇਰ ਬਾਅਦ ਜਾਨਕੀ ਬਾਹਰ ਜਵਾਕੜੀ ਨੂੰ ਦੇਖਣ ਤੁਰ ਪਈ ਤੇ ਦੀਪ ਨੇ ਚੌਂਕਾ ਸਾਂਭ ਲਿਆ। ਸਾਗ ਧੋ ਕੇ ਰਿੱਝਣਾ ਧਰ ਦਿੱਤਾ, ਪਰ ਇੱਕ ਸੋਚ ਵਿੱਚ ਡੁੱਬੀ ਅੰਦਰ ਹੀ ਅੰਦਰ ਖਿਆਲਾਂ ਵਿੱਚ ਡੁੱਬ ਗਈ। ਹਨੇਰੀਆਂ ਕੋਠੜੀਆਂ ਵਿੱਚੋਂ ਹੁੰਦੇ ਖਿਆਲ ਪਿੱਛੇ ਮੁੜਨੇ ਸ਼ੁਰੂ ਹੋਏ। ਹੌਲੀ ਹੌਲੀ ਪਿੱਛੇ ਤੁਰਦੇ ਗਏ। ਹੁਣ ਜਾ ਬਾਵਲ ਦੇ ਵਿਹੜੇ ਪਹੁੰਚੀ ਸੀ। 12ਵੀਂ ਪਾਸ ਕਰ ਘਰ ਆਈ। ਖੁਦ ਬਾਪੂ ਨੂੰ ਦੱਸ ਰਹੀ ਸੀ। ਬਾਪੂ ਦੀ ਅੱਡੀ ਨਹੀਂ ਲੱਗ ਰਹੀ ਸੀ। ਪੁੱਤ ਮੇਰਾ
12 ਜਮਾਤਾਂ ਪਾਸ ਕਰ ਗਿਆ ਹੈ। ਖਾਨਦਾਨ ਵਿੱਚੋਂ ਕੋਈ ਨਹੀਂ ਇੰਨੀ ਪੜ੍ਹੀ ਕੁੜੀ। ਦੱਸ ਮੇਰਾ ਪੁੱਤ ਕੀ ਚਾਹੀਦਾ, ਅੱਜ ਬਾਪੂ ਤੋਂ ਮੰਗ ਲੈ। ਦੀਪ ਨੂੰ ਹਿੱਕ ਨਾਲ ਲਗਾਉਂਦੇ ਹੋਏ ਖੁਸ਼ੀ ਨੂੰ ਸਾਂਭਦੇ ਰਾਮ ਲਾਲ ਨੇ ਕਿਹਾ, ਬਾਪੂ ਕੁਝ ਵੀ ਨਹੀਂ ਚਾਹੀਦਾ। ਦੀਪ ਨੇ ਖੇਡਦੀ ਨੇ ਕਿਹਾ, ਕੁਝ ਵੀ ਨਹੀਂ ਚਾਹੀਦਾ ਪੁੱਤ। ਖਿੜਖਿੜ ਹੱਸਦਾ ਰਾਮ ਲਾਲ ਸਕੂਟਰੀ ਦੇ ਹੈਂਡਲ ਨਾਲ ਟੰਗਿਆ ਲਿਫਾਫਾ ਲਾ ਲਿਆਇਆ ਤੇ ਫਿਰ ਆ ਕੇ, ਚੱਕ ਪੁੱਤ। ਆ ਕੀ ਬਾਪੂ ਜੀ? ਇਹ ਤੇਰੇ ਕਾਲਜ ਦਾ ਪਾਸ ਪੈਕਟ ਹੈ। ਹੁਣ ਤੂੰ ਅੱਗੇ ਪੜ੍ਹੇਂਗੀ। ਬਾਪੂ ਜੀ ਤੁਸੀਂ ਕਿੰਨੇ ਚੰਗੇ ਹੋ, ਕਹਿੰਦੀ ਨੇ ਰਾਮ ਲਾਲ ਨੂੰ ਪੂਰੇ ਵਿਹੜੇ ਵਿੱਚ ਘੁਮਾ ਦਿੱਤਾ ਸੀ। ਵੀਰੇ ਵੀਰੇ ਦੇਖੋ, ਮੈਂ ਕਾਲਜ ਪੜ੍ਹਨ ਜਾਵਾਂਗੀ ਤੁਹਾਡੇ ਨਾਲ। ਕਦੇ ਮਾਂ ਦੀ ਕਮੀ ਕਿੱਥੇ ਰਹਿਣ ਦਿੱਤੀ ਸੀ ਰਾਮ ਲਾਲ ਨੇ ਆਪਣੇ ਬੱਚਿਆਂ ਨੂੰ। ਸੋਚਦੀ ਦੀਆਂ ਅੱਖਾਂ ਫੇਰ ਭਰ ਆਈਆਂ ਤੇ ਚੁੱਲ੍ਹੇ ਦੀ ਮੱਠੀ ਹੁੰਦੀ ਅੱਗ ਵਿੱਚ ਕੋਲ ਪਈ ਸੁੱਕੀ ਪਾਥੀ ਭੰਨ ਉਸਨੇ ਅੱਗ ਮਚਾਈ। ਸੋਚ ਫੇਰ ਪਿੱਛੇ ਦੌੜ ਪਈ। ਭੱਜੀ ਆਉਂਦੀ ਤਾਈ ਦੇ ਸਾਹ ਵਿੱਚ ਸਾਹ ਨਹੀਂ ਰਲ ਰਿਹਾ ਸੀ। ਦੀਪ ਨੀ ਦੀਪ, ਕੁੜੇ ਤੇਰੇ ਬਾਪੂ ਨੂੰ ਪੈਲੀ ਵਿੱਚ ਸੱਪ ਲੜ ਗਿਆ ਨੀ। ਸਾਵਣ ਕਿੱਥੇ, ਭੱਜੋ ਨੀ ਜਲਦੀ। ਤੇ ਸਾਰਿਆਂ ਦਾ ਖੇਤ ਵੱਲ ਨੂੰ ਭੱਜਣਾ ਤੇ ਰਾਮ ਲਾਲ ਦਾ ਮੁੱਕਿਆ ਸਰੀਰ। ਖਿਆਲਾਂ ਵਿੱਚ ਹੀ ਦੀਪ ਦੀਆਂ ਅੱਖਾਂ ਦੇ ਹੰਝੂ ਹੋਰ ਤੇਜ਼ ਹੋ ਗਏ। ਫਿਰ ਤਾਏ ਦਾ ਕਾਲਜ ਪੜ੍ਹਨ ਤੋਂ ਹਟਾਉਣਾ ਤੇ ਕੁਝ ਹੀ ਮਹੀਨਿਆਂ ਵਿੱਚ ਦੀਪ ਦਾ ਵਿਆਹ। ਇੰਨੇ ਨੂੰ ਦੀਪ ਦੀ ਨਨਾਣ ਨੇ ਉਸ ਨੂੰ ਮੋਢੇ ਤੋਂ ਹਿਲਾਉਂਦੀ ਨੂੰ ਉਸ ਦੁਨੀਆ ਤੋਂ ਹਕੀਕਤ ਵਿੱਚ ਵਾਪਸ ਲਿਆਂਦਾ। ਭਾਬੀ ਕਿੱਥੇ ਗਵਾਚੀ ਫਿਰਦੀਆਂ, ਕਦੋਂ ਦੀਆਂ ਆਵਾਜ਼ਾਂ ਦਿੰਦੀ ਸੀ ਤੈਨੂੰ। ਹਾਂਜੀ ਦੋਸਤੋ, ਇਹ ਸੀ ਜੀ ਆਪਣੀ ਅੱਜ ਦੀ ਕਹਾਣੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਬਾਕੀ ਕਹਾਣੀ ਅਗਲੇ ਭਾਗ ਵਿੱਚ। ਜੇਕਰ ਚੈਨਲ 'ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਹਨ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।